ਅੱਜ ਦੇ ਇਸ ਗ੍ਰੇਸ ਏਜੀ ਪ੍ਰਾर्थना भवन ਵੱਲੋਂ ਸਭ ਦਾ ਸਵਾਗਤ ਕਰਦੇ ਹਾਂ। ਸਭ ਨੂੰ ਜੈ ਮਸੀਹ ਦੀ। ਔਰ ਇਸ ਨਵੇਂ ਸਾਲ 2021 ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਜੋ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਵਿੱਚ ਦਿੱਤਾ, ਕਿਉਂਕਿ ਉਹ ਪਰਮੇਸ਼ਵਰ ਭਲਾ ਹੈ ਜਿਹਨੇ ਅੱਜ ਤੱਕ ਸਾਨੂੰ ਸੰਭਾਲਿਆ, ਅੱਜ ਤੱਕ ਸਾਨੂੰ ਧਰਤੀ 'ਤੇ ਜਿਉਂਦੇ ਰੱਖਿਆ ਔਰ ਸਾਡੀ ਇੱਕ ਇੱਕ ਜ਼ਰੂਰਤ ਨੂੰ ਪੂਰਾ ਕੀਤਾ। ਉਹ ਪਰਮੇਸ਼ਵਰ ਬਹੁਤ ਭਲਾ ਹੈ, ਉਹ ਪਰਮੇਸ਼ਵਰ ਬਹੁਤ ਚੰਗਾ ਹੈ। ਕਿਉਂਕਿ ਅਸੀਂ ਸ਼ਾਇਦ ਕਈ ਵਾਰੀ ਅਸੀਂ ਆਪਣੇ ਜੀਵਨ ਦੇ ਵਿੱਚ ਵਿਚਾਰ ਕੀਤਾ ਹੋਊਗਾ, ਕਿਉਂਕਿ ਅਸੀਂ ਵਿਚਾਰ ਕੀਤਾ ਸੀਗਾ ਸ਼ਾਇਦ ਅਸੀਂ ਅੱਗੇ ਕਿੱਦਾਂ ਦੇ ਦਿਨ ਜਿਹੜੇ ਸਾਡੇ ਜੀਵਨ 'ਚ ਆਉਣਗੇ, ਪਰ ਪ੍ਰਭੂ ਨੇ ਸਾਡੇ ਲਈ ਵਧੀਆ ਦਿਨ ਰੱਖੇ ਹੋਏ ਸੀਗੇ ਔਰ ਸਭ ਦੇ ਲਈ ਪਰਮੇਸ਼ਰ ਨੇ ਆਸ਼ਾਂ ਜਿਹੜੀਆਂ ਰੱਖੀਆਂ ਹੋਈਆਂ ਆ। ਪਰ ਇਹ ਆ ਕਿ ਅਸੀਂ ਜੋ ਪ੍ਰਭੂ ਦਾ ਵਚਨ ਸਾਨੂੰ ਕਹਿੰਦਾ ਆ ਉਹਨੂੰ ਮੰਨਣ ਦੀ ਜ਼ਰੂਰਤ ਹੈ, ਉਹਦੇ ਉੱਤੇ ਚੱਲਣ ਦੀ ਜ਼ਰੂਰਤ ਹੈ। ਆਈਏ ਇਸ ਸਮੇਂ ਪ੍ਰਭੂ ਦੇ ਵਚਨ ਨੂੰ ਆਪਾਂ ਸਿੱਖਾਂਗੇ। ਥੋੜ੍ਹੇ ਸਮੇਂ ਯਿਰਮੀਆ ਦੀ ਕਿਤਾਬ ਉਸ ਦਾ 29 ਅਧਿਆਇ ਉਸ ਦਾ 11ਵਾਂ ਵਚਨ ਪੜ੍ਹੀਏ। ਯਿਰਮੀਆ ਦੀ ਕਿਤਾਬ ਉਸ ਦਾ 29ਵਾਂ ਅਧਿਆਇ ਉਸ ਦਾ 11ਵਾਂ ਵਚਨ। ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ। ਜੋ ਹਵਾ ਦਾ ਬਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਾਈ ਦੀਆਂ ਨਹੀਂ, ਭਈ ਮੈਂ ਤੁਹਾਡੇ ਛੇਕਲ ਨੂੰ ਆਸ ਦਵਾਵਾਂ। ਇੱਥੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ। ਯਿਰਮੀਆ 29 ਦੀ 11 ਵਿੱਚ ਲਿਖਿਆ, ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ। ਯਹੋਵਾ ਦਾ ਬਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਾਈ ਦੀਆਂ ਨਹੀਂ, ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦਵਾਵਾਂ। ਇਹਦਾ ਮਤਲਬ ਪਰਮੇਸ਼ਵਰ ਦੀਆਂ ਜਿਹੜੀਆਂ ਸੋਚਾਂ ਸਾਡੇ ਵਾਸਤੇ ਹੈ, ਪਰਮੇਸ਼ਵਰ ਜੋ ਸਾਡੇ ਵਾਸਤੇ ਸੋਚਦਾ ਹੈ, ਪਰਮੇਸ਼ਵਰ ਬੁਰਾ ਨਹੀਂ ਸੋਚਦਾ, ਪਰਮੇਸ਼ਵਰ ਸਾਡੀ ਸ਼ਾਂਤੀ ਲਈ ਸੋਚਦਾ ਆ। ਹਾਲੇਲੂਇਆ। ਤਾਂ ਕਿ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਬਣੀ ਰਹੇ, ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਆਸ਼ੀਸ਼ ਬਣੀ ਰਹੇ। ਔਰ ਪਰਮੇਸ਼ਵਰ ਕਹਿੰਦਾ ਜਿਹੜੀਆਂ ਸੋਚਾਂ ਮੈਂ ਤੁਹਾਡੇ ਵਾਸਤੇ ਸੋਚਦਾ ਹਾਂ ਉਹ ਕਿਹੜੀਆਂ ਸੋਚਾਂ ਆ ਜੀ? ਸ਼ਾਂਤੀ ਦੀਆਂ ਸੋਚਾਂ ਆ, ਤੁਹਾਡੀ ਬੁਰਾਈ ਦੀਆਂ ਨਹੀਂ ਸੋਚਾਂ। ਪਰਮੇਸ਼ਵਰ ਬੁਰਾ ਨਹੀਂ ਕਰਦਾ ਕਿਸੇ ਦੇ ਨਾਲ। ਅੱਜ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਕਿਸੇ ਨਾਲ ਬੁਰਾ ਹੋ ਜਾਂਦਾ ਹੈ ਤੇ ਉਹ ਇਹ ਕਹਿੰਦਾ ਕਿਹਨੇ ਕਰ ਦਿੱਤਾ? ਪਰਮੇਸ਼ਵਰ ਨੇ, ਰੱਬ ਨੇ ਕਰ ਦਿੱਤਾ, ਇਹ ਰੱਬ ਨੇ ਕੀਤਾ। ਤੇ ਜੇ ਕੋਈ ਵਧੀਆ ਕਰ ਲੈ ਤੇ ਕਹਿੰਦੇ ਇਹ ਮੈਂ ਕੀਤਾ, ਇਹ ਮੈਂ ਜੇ ਨਾਮ ਇੱਦਾਂ ਕਰਦਾ ਤੇ ਹੋਣਾ ਨਹੀਂ ਸੀ ਇੱਦਾਂ। ਤੇ ਜੇ ਕੋਈ ਬੁਰਾ ਕੰਮ ਹੋ ਜਾਏ, ਰੱਬ ਦੀ ਇਹ ਮਰਜ਼ੀ ਸੀ, ਹੈ ਨਾ, ਰੱਬ ਨੇ ਇਹੀ ਕਰਨਾ ਸੀ। ਤੇ ਰੱਬ ਕਹਿੰਦਾ ਮੇਰੀ ਕੋਈ ਤੁਹਾਡੀਆਂ ਬੁਰਾਈ ਵਾਸਤੇ ਮੇਰੀ ਕੋਈ ਸੋਚ ਨਹੀਂ ਆ। ਤੁਸੀਂ ਘਾਟੇ ਵਿੱਚ ਜਾਓ, ਇਹ ਮੇਰੀ ਸੋਚ ਨਹੀਂ ਆ, ਬਲਕਿ ਮੇਰੀ ਸੋਚ ਤੁਹਾਡੇ ਵਾਸਤੇ ਹੈ ਸ਼ਾਂਤੀ ਵਾਸਤੇ। ਹਾਲੇਲੂਇਆ। ਇਹਦਾ ਮਤਲਬ ਪਰਮੇਸ਼ਵਰ ਚਾਹੁੰਦਾ ਅਸੀਂ ਸ਼ਾਂਤੀ ਵਿੱਚ ਰਹੀਏ, ਸ਼ਾਂਤੀ ਨਾਲ ਰਹੀਏ ਔਰ ਵਧੀਆ ਜੀਵਨ ਗੁਜ਼ਾਰੀਏ ਔਰ ਵਧੀਆ ਬਣ ਕੇ ਰਹੀਏ। ਇਸ ਕਰਕੇ ਪਰਮੇਸ਼ਵਰ ਇਹ ਨਹੀਂ ਚਾਹੁੰਦਾ ਕਿ ਸਾਡਾ ਮਨ ਜਿਹੜਾ ਭਟਕਦਾ ਫਿਰੇ। ਆਈਏ ਹੋਰ ਇੱਕ ਵਚਨ ਆਪਾਂ ਪੜ੍ਹਾਂਗੇ। ਅਯੂਬ ਦੀ ਕਿਤਾਬ ਉਹਦਾ 36 ਅਧਿਆਇ। ਜ਼ਬੂਰਾਂ ਤੋਂ ਪਹਿਲਾਂ ਅਯੂਬ ਦੀ ਕਿਤਾਬ ਉਸ ਦਾ 36 ਅਧਿਆਇ ਉਸ ਦੀ 10 ਤੋਂ ਲੈ ਕੇ ਪੜ੍ਹਾਂਗੇ। ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲ੍ਹਦਾ ਹੈ ਅਤੇ ਫਰਮਾਉਂਦਾ ਹੈ ਭਾਈ ਬੁਰਾਈ ਤੋਂ ਮੁੜੋ। ਇੱਥੇ ਲਿਖਿਆ ਪਰਮੇਸ਼ਵਰ ਕਹਿੰਦਾ ਭਾਈ ਉਹ ਸਿੱਖਿਆ ਲਈ ਕੀ ਕਰਦਾ? ਉਹਨਾਂ ਦੇ ਕੰਨ ਖੋਲ੍ਹਦਾ ਆ ਅਤੇ ਫਰਮਾਉਂਦਾ ਆ ਭਾਈ ਤੁਸੀਂ ਬੁਰਾਈ ਤੋਂ ਕੀ ਕਰੋ? ਮੁੜੋ। ਅਤੇ ਲਿਖਿਆ ਜੇ ਉਹ ਸੁਣ ਲੈਣ ਅਤੇ ਉਹਦੀ ਸੇਵਾ ਕਰਨ ਤਾਂ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ ਅਤੇ ਆਪਣੇ ਬਰੇ ਖੁਸ਼ਹਾਲੀ ਵਿੱਚ। ਹਾਲੇਲੂਇਆ। ਇੱਥੇ ਪ੍ਰਭੂ ਕਹਿੰਦਾ ਜੇ ਕੀ ਹੈ, ਉਹ ਕਹਿੰਦਾ ਮੇਰੀ ਆਵਾਜ਼ ਨੂੰ ਸੁਣ ਲੈਣ, ਮੇਰੀ ਗੱਲ ਨੂੰ ਸੁਣ ਲੈਣ, ਮੇਰੇ ਵਚਨ ਨੂੰ ਮੰਨ ਲੈਣ ਤਾਂ ਫਿਰ ਕੀ ਕਰਨਗੇ? ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ। ਕਿੱਦਾਂ ਦੇ ਦਿਨ ਜੀ? ਭਲੇ ਦਿਨ। ਹਾਲੇਲੂਇਆ। ਇਸ ਕਰਕੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ, ਜਦੋਂ ਆਪਾਂ ਪਤਰਸ ਦੀ ਪੱਤਰੀ ਵਿੱਚ ਪੜ੍ਹਦੇ ਹਾਂ, ਪਹਿਲਾ ਪਤਰਸ ਉਹਦਾ 3 ਅਧਿਆਇ ਉਹਦਾ 10ਵਾਂ ਵਚਨ ਜਿਹੜਾ ਥੋੜ੍ਹਾ ਪੜ੍ਹ ਕੇ ਦੇਖੀਏ। ਪਹਿਲਾ ਪਤਰਸ 3 ਦੀ 10 ਪੜ੍ਹ ਕੇ ਦੇਖੀਏ ਥੋੜ੍ਹਾ। ਹਾਂਜੀ ਜਲਦੀ। ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ
ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਉਹ ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ। ਹਾਂ, ਇੱਥੇ ਪਰਮੇਸ਼ਰ ਦਾ ਵਚਨ ਕਹਿੰਦਾ ਭਾਈ ਜਿਹੜਾ ਕੀ ਕਰਨਾ ਚਾਹੁੰਦਾ ਆ, ਜਿਹੜਾ ਭਲੇ ਦਿਨ ਦੇਖਣਾ ਚਾਹੁੰਦਾ ਆ, ਉਹ ਕੀ ਕਰੇ, ਆਪਣੀ ਜੀਭ ਨੂੰ ਬੁਰਾਈ ਤੋਂ ਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ। ਹਾਲੇਲੂਇਆ। ਇਹਦਾ ਮਤਲਬ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਸਾਡੇ ਮੂੰਹ ਨੂੰ ਕੀ ਕਰਦੇ ਹਾਂ, ਰਾਖੀ ਕਰਦੇ ਹਾਂ। ਵਚਨ 'ਚ ਲਿਖਿਆ ਆਪਣੇ ਮੂੰਹ ਦੀ ਕੀ ਕਰ, ਚੌਕਸੀ ਕਰ। ਅਤੇ ਜਦੋਂ ਅਸੀਂ ਚੌਕਸੀ ਕਰਦੇ ਹਾਂ, ਸੱਚਮੁੱਚ ਪਰਮੇਸ਼ਰ ਦਾ ਵਚਨ ਜਿੱਦਾਂ ਕਹਿੰਦਾ ਆ, ਇਹਦੇ ਵਿੱਚ ਲਿਖਿਆ ਕਿ ਜੇ ਉਹ ਸੁਣ ਲੈਣ, ਉਹਦੀ ਸੇਵਾ ਕਰਨ, ਤਾਂ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ। ਹਾਲੇਲੂਇਆ। ਫਿਰ ਦਿਨ ਭਲੇ ਆਉਣਗੇ। ਅਤੇ ਭਲੇ ਦਿਨ ਇੱਥੇ ਲਿਖਿਆ ਕਿੱਦਾਂ ਆਉਣਗੇ, ਜਿਹੜਾ ਆਪਣੇ ਜੀਵਨ ਦੇ ਵਿੱਚ ਜੀਵਨ ਦੀ ਚਾਹ ਰੱਖਦਾ, ਜਿਹੜਾ ਜੀਵਨ ਦੀ ਚਾਹ ਰੱਖਦਾ। ਉੱਥੇ ਲਿਖਿਆ ਨਾ ਪਹਿਲੇ ਦੇ ਵਿੱਚ, ਪੜ੍ਹੀਏ ਦੁਬਾਰਾ ਉਸ ਨੂੰ। ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ ਅਤੇ ਭਲੇ ਦਿਨ ਦੇਖਣਾ ਚਾਹੁੰਦਾ ਹੈ। ਹਾਂ, ਲਿਖਿਆ ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ ਤੇ ਭਲੇ ਦਿਨ ਦੇਖਣਾ ਚਾਹੁੰਦਾ ਆ, ਉਹ ਆਪਣੀ ਜੀਭ ਨੂੰ ਬੁਰਾਈ ਤੋਂ ਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ। ਇਹਦਾ ਮਤਲਬ ਸਾਡੇ ਮੂੰਹ ਦੇ ਵਿੱਚ ਆ ਵਚਨ ਦੱਸਦਾ ਕਿ ਤੁਹਾਡੇ ਮੂੰਹ ਦੇ ਵਿੱਚ ਮੌਤ ਆ ਤੇ ਜੀਵਨ ਆ। ਹਾਲੇਲੂਇਆ। ਕਿਉਂਕਿ ਲਿਖਿਆ ਜੀਵ ਦੇ ਵਾਸਤੇ ਵਿੱਚ ਮੌਤ ਤੇ ਜੀਵਨ ਦੋਨੇ ਹੀ ਆ। ਅਸੀਂ ਮੌਤ ਵੀ ਲੈ ਸਕਦੇ ਹਾਂ ਤੇ ਜੀਵਨ ਵੀ ਇਹਦੇ ਦੁਆਰਾ ਲੈ ਸਕਦੇ ਹਾਂ। ਦੇਖੋ ਜੀਵਨ ਕਿੱਦਾਂ ਲੈ ਸਕਦੇ ਹਾਂ, ਪਰਮੇਸ਼ਰ ਦਾ ਧੰਨਵਾਦ ਕਰਕੇ, ਪਰਮੇਸ਼ਰ ਦੀ ਬੰਦਗੀ ਕਰਕੇ, ਆਰਾਧਨਾ ਕਰਕੇ, ਚੰਗੇ ਬੋਲ ਕੇ। ਤੇ ਮੌਤ ਕਿੱਦਾਂ ਲੈ ਸਕਦੇ ਹਾਂ, ਇਹਦੇ ਵਿੱਚੋਂ ਕੜਵੀਆਂ ਚੀਜ਼ਾਂ ਬੋਲ ਕੇ, ਗਾਲਾਂ ਕੱਢ ਕੇ, ਚੁਗਲੀਆਂ ਕਰਕੇ, ਅਨਾਪ ਸ਼ਨਾਪ ਬੋਲ ਕੇ ਅਸੀਂ ਆਪਣੇ ਉੱਤੇ ਕੀ ਲੈ ਸਕਦੇ ਹਾਂ, ਸ਼ਰਾਪ ਲੈ ਸਕਦੇ ਹਾਂ। ਪਰ ਪ੍ਰਭੂ ਦੀ ਆਸ਼ੀਸ਼ ਲੈਣ ਦੇ ਲਈ, ਭਲੇ ਦਿਨ ਦੇਖਣ ਵਾਸਤੇ ਅਸੀਂ ਕੀ ਆ ਲਿਖਿਆ, ਆਪਣੇ ਮੂੰਹ ਦੀ ਕੀ ਕਰ, ਰਾਖੀ ਕਰ, ਚੌਕਸੀ ਕਰ ਆਪਣੇ ਮੂੰਹ ਦੀ। ਇਸ ਕਰਕੇ ਪ੍ਰਭੂ ਦਾ ਵਚਨ ਦੱਸਦਾ ਕਿ ਜਿਹੜਾ ਆਪਣੇ ਦਿਨ ਦੀ ਵਰ੍ਹਿਆਂ ਦੀ ਲੰਬਾਈ ਚਾਹੁੰਦਾ ਆ, ਜੀਵਨ ਦੀ ਲੰਬਾਈ ਚਾਹੁੰਦਾ ਆ ਤੇ ਭਲੇ ਦਿਨ ਦੇਖਣਾ ਚਾਹੁੰਦਾ ਆ, ਉਹ ਆਪਣੇ ਜੀਵ ਨੂੰ ਬੁਰਾਈ ਤੋਂ ਰੋਕ ਰੱਖੇ। ਔਰ ਫਿਰ ਅਸੀਂ ਜਦੋਂ ਰਸੂਲਾਂ ਦੇ ਕਰਤੱਵ 3:19 ਵਿੱਚ ਪੜ੍ਹਦੇ ਹਾਂ ਤੇ ਉੱਥੇ ਲਿਖਿਆ, ਤੋਬਾ ਕਰੋ ਤੇ ਮੁੜੋ, ਭਾਈ ਤੁਹਾਡੇ ਪਾਪ ਮਿਟਾਏ ਜਾਣ ਤੇ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਹਾਲੇਲੂਇਆ। ਇਹਦਾ ਮਤਲਬ ਸੁੱਖ ਦੇ ਦਿਨ ਕਿੱਥੋਂ ਆਉਣੇ ਆ, ਪਰਮੇਸ਼ਵਰ ਦੇ ਹਜ਼ੂਰੋਂ ਆਉਣੇ ਆ। ਪਰਮੇਸ਼ਵਰ ਨੇ ਸਾਨੂੰ ਸੁੱਖ ਦੇ ਦਿਨ ਦੇਣੇ ਆ, ਇਹ ਕੋਈ ਬੰਦਾ ਨਹੀਂ ਦੇ ਸਕਦਾ। ਇਸ ਕਰਕੇ ਪਰਮੇਸ਼ਵਰ ਦੇ ਵਾਅਦੇ ਜਿਹੜੇ ਸੱਚੇ ਆ। ਕੱਲ੍ਹ ਸਾਡੀ ਜਿਹੜੀ ਜ਼ੂਮ 'ਤੇ ਮੀਟਿੰਗ ਚੱਲਦੀ ਪਈ ਸੀ ਤੇ ਉਹਦੇ ਵਿੱਚ ਇਹੀ ਗੱਲ ਚੱਲਦੀ ਪਈ ਸੀਗੀ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ, ਸਭ ਉਪਦੇਸ਼ਕ 3 ਅਧਿਆਇ ਦੇ ਵਿੱਚ ਹਰੇਕ ਕੰਮ ਦਾ ਇੱਕ ਵੇਲਾ ਆ, ਹਰੇਕ ਕੰਮ ਦਾ ਇੱਕ ਸਮਾਂ ਆ। ਪਰ ਦੇਖੋ ਇਹ ਸਮਾਂ ਅੱਜ ਕਿੱਦਾਂ ਬਦਲ ਗਿਆ ਕਿ ਸਾਰੀ ਤਰ੍ਹਾਂ ਦੀ ਸਿਚੁਏਸ਼ਨ ਬਦਲ ਗਈ, ਸਾਰੀ ਅਵਸਥਾ ਬਦਲ ਗਈ, ਸਾਰਾ ਕੁਝ ਬਦਲ ਗਿਆ, ਸਮੇਂ ਬਦਲ ਗਿਆ। ਲੋਕਾਂ ਨੂੰ ਮਾਰਚ ਤੋਂ ਲੈ ਕੇ ਜੂਨ ਤੱਕ ਘਰਾਂ ਵਿੱਚ ਬੰਦ ਰਹਿਣਾ ਪਿਆ ਅਤੇ ਲਗਾਤਾਰ ਕੰਮਕਾਰ ਬੰਦ ਹੋਏ, ਸਾਰਾ ਕੁਝ ਹਿੱਲ ਗਿਆ, ਸਾਰਾ ਕੁਝ ਬੰਦ ਹੋ ਗਿਆ। ਲੇਕਿਨ ਕੀ ਹੋਇਆ ਕਿ ਇਹ ਸਾਰਾ ਕੁਝ ਅਦਲਾ ਬਦਲੀ ਹੋ ਸਕਦੀ ਆ। ਲੇਕਿਨ ਵਚਨ 'ਚ ਲਿਖਿਆ, ਯਿਸੂ ਮਸੀਹ ਕੱਲ੍ਹ ਅੱਜ ਤੇ ਜੁਗਾਂ ਜੁਗ ਇੱਕੋ ਜਿਹੇ ਆ। ਯਿਸੂ ਮਸੀਹ ਨਹੀਂ ਬਦਲਦੇ, ਪਰਮੇਸ਼ਵਰ ਨਹੀਂ ਬਦਲਦੇ, ਪਰ ਸਮਾਂ ਬਦਲ ਸਕਦਾ ਆ, ਚੀਜ਼ਾਂ ਬਦਲ ਸਕਦੀਆਂ ਆ ਤੇ ਪਰ ਪਰਮੇਸ਼ਵਰ ਕਦੇ ਵੀ ਬਦਲਦੇ ਨਹੀਂ ਆ। ਪਰਮੇਸ਼ਵਰ ਦੀ ਬਾਣੀ ਜਿਹੜੀ ਹੈ ਉਹ ਹਮੇਸ਼ਾ ਅਟੱਲ ਆ। ਇਸ ਕਰਕੇ ਵਚਨ 'ਚ ਲਿਖਿਆ, ਯਿਸੂ ਮਸੀਹ ਕਹਿੰਦੇ ਆ, ਆਕਾਸ਼ ਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਵੀ ਨਹੀਂ ਟਲਣਗੇ। ਇਸ ਕਰਕੇ ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾਉਂਦਾ ਆ ਕਿ ਅਸੀਂ ਕੀ ਆ ਕਿ ਜਿਹੜਾ ਕੋਈ ਭਲੇ ਦਿਨ ਦੇਖਣਾ ਚਾਹੁੰਦਾ ਆ ਤੇ ਜੀਵਨ ਨੂੰ ਪਿਆਰ ਕਰਦਾ ਆ, ਉਹ ਕੀ ਕਰ ਰੱਖੇ, ਆਪਣੀ ਜੀਵ ਨੂੰ ਬੁਰਾਈ ਤੋਂ ਰੋਕ ਕੇ ਰੱਖੇ। ਤੇ ਫਿਰ ਜ਼ਬੂਰ 'ਚ ਲਿਖਿਆ ਰਸੂਲਾਂ ਦੇ ਕਰਤੱਵ ਵਿੱਚ ਲਿਖਿਆ 3:19 ਦੇ ਵਿੱਚ ਕਿ ਤੋਬਾ ਕਰੋ ਤੇ ਮੁੜੋ, ਭਾਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ। ਇਹਦਾ ਮਤਲਬ ਸੁੱਖ ਦੇ ਦਿਨ ਪਰਮੇਸ਼ਵਰ ਨੇ ਦੇਣੇ ਆ। ਫਿਰ ਉਹਦੇ ਵਿੱਚ ਅੱਗੇ ਲਿਖਿਆ ਅਤੇ ਜਿਹੜਾ ਉਹਦਾ 11ਵਾਂ ਵਚਨ ਆਪਾਂ ਪੜ੍ਹਿਆ 36 ਦੀ 11 'ਚ,
ਜੇ ਉਹ ਸੁਣ ਲੈਣ ਅਤੇ ਉਹਦੀ ਸੇਵਾ ਕਰਨ ਤਾਂ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ ਅਤੇ ਆਪਣੇ ਬੜੇ ਖੁਸ਼ਹਾਲੀ ਵਿੱਚ। ਹਾਲੇਲੂਇਆ। ਜਿਹੜੇ ਬੜੇ ਪਰਮੇਸ਼ਰ ਦਿੰਦਾ, ਜਿਹੜੇ ਸਾਲ ਪਰਮੇਸ਼ਰ ਦਿੰਦਾ, ਉਹ ਸਾਲ ਕਹਿੰਦਾ ਉਹ ਖੁਸ਼ਹਾਲੀ ਵਿੱਚ ਪੂਰੇ ਕਰਨਗੇ। ਹਾਲੇਲੂਇਆ। ਮੰਨ ਲਓ ਜੇ 2020 ਆਇਆ ਉਹ ਖੁਸ਼ਹਾਲੀ ਵਾਲਾ ਸਾਲ, ਜੇ 2021 ਆਇਆ ਤੇ ਖੁਸ਼ਹਾਲੀ ਵਾਲਾ। ਪਰਮੇਸ਼ਰ ਆਪਣੇ ਲੋਕਾਂ ਨੂੰ ਚਾਹੇ ਦਾ ਦੁੱਖ ਆਏ, ਪਰੇਸ਼ਾਨੀ ਆਏ, ਮੁਸੀਬਤਾਂ ਆਉਣ, ਉਹਦੇ ਵਿੱਚ ਵੀ ਪਰਮੇਸ਼ਰ ਆਪਣੇ ਲੋਕਾਂ ਨੂੰ ਖੁਸ਼ਹਾਲ ਰੱਖਦਾ ਹੈ, ਖੁਸ਼ ਰੱਖਦਾ ਹੈ। ਮੁਸੀਬਤਾਂ ਦੇ ਵਿੱਚ ਵੀ ਪਰਮੇਸ਼ਰ ਆਪਣੇ ਲੋਕਾਂ ਨੂੰ ਸੰਭਾਲਦਾ ਹੈ, ਉਹਨਾਂ ਨੂੰ ਪਰੇਸ਼ਾਨ ਹੋਣ ਨਹੀਂ ਦਿੰਦਾ। ਦੇਖੋ ਇਸ 2020 ਦੇ ਵਿੱਚ ਪਰਮੇਸ਼ਰ ਨੇ ਬੜੇ ਅਦਭੁਤ ਤਰੀਕੇ ਨਾਲ ਪਰਮੇਸ਼ਰ ਨੇ ਸਾਨੂੰ ਸੰਭਾਲਿਆ ਅਤੇ ਚਲਾਇਆ। ਅਤੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਦੇਖੋ ਪਰਮੇਸ਼ਰ ਨੇ ਜਿਨ੍ਹਾਂ ਲੋਕਾਂ ਨੇ ਲੋਕਡਾਊਨ ਦੇ ਵਿੱਚ, ਜਿਹੜੇ ਵਿਸ਼ਵਾਸੀ ਭੈਣ ਭਰਾਵਾਂ ਨੇ ਲੋਕਡਾਊਨ ਦੇ ਵਿੱਚ ਚੱਲਦੇ ਸਮੇਂ ਪ੍ਰਭੂ ਦੇ ਸੇਵਕਾਈ ਦੇ ਵਿੱਚ ਹੱਥ ਵਧਾਇਆ, ਪਰਮੇਸ਼ਰ ਨੇ ਉਹਨਾਂ ਦੇ ਹੱਥਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ। ਹਾਲੇਲੂਇਆ। ਉਹਨਾਂ ਨੂੰ ਹੋਰ ਵੀ ਵਧਾ ਦਿੱਤਾ। ਅਤੇ ਮੈਂ ਜਦੋਂ ਪਹਿਲਾਂ ਹੁਣ ਲੋਕਡਾਊਨ ਲੱਗਿਆ, ਉਸ ਤੋਂ ਪਹਿਲਾਂ ਨੋਟਬੰਦੀ ਹੋਈ, ਅਤੇ ਨੋਟਬੰਦੀ ਦੇ ਵਿੱਚ ਵੀ ਜਿਹੜੇ ਰੋਂਦੇ ਰਹੇ, ਪਰ ਜਿਹੜੇ ਪ੍ਰਭੂ ਦੇ ਨਾਲ ਲੱਗੇ ਰਹੇ ਅਤੇ ਕਰਦੇ ਰਹੇ, ਪ੍ਰਭੂ ਨੇ ਉਹ ਨੋਟਬੰਦੀ ਦੇ ਵਿੱਚ ਵੀ ਉਹਨਾਂ ਨੂੰ ਕੀ ਕਰ ਦਿੱਤਾ, ਉਹਨਾਂ ਨੂੰ ਵਧਾ ਦਿੱਤਾ। ਅਤੇ ਮੈਂ ਇੱਕ ਪ੍ਰਭੂ ਦੇ ਦਾਸ ਮੈਂ ਉਹਨਾਂ ਦੇ ਕੋਲ ਜਾਂਦਾ ਹੁੰਦਾ ਸੀ ਹਰੇਕ ਸਮੇਂ, ਅਤੇ ਉਹਨਾਂ ਦਿਨਾਂ 'ਚ ਲੋਕਡਾਊਨ ਲੱਗਾ ਸੀਗਾ ਅਤੇ ਬੜਾ ਮਤਲਬ ਦਾਨ ਦੇਣਾ ਵੀ ਔਖਾ ਲੱਗਦਾ ਸੀਗਾ, ਕਿਉਂਕਿ ਪੈਸੇ ਨਹੀਂ ਹੁੰਦੇ ਸੀ ਕੋਲ, ਅਤੇ ਦਾਨ ਕਿੱਦਾਂ ਦੇਣਾ ਸੀ। ਅਤੇ ਮੈਂ ਜਦੋਂ ਗਿਆ ਉਹਨਾਂ ਦੇ ਕੋਲ ਅਤੇ ਬੈਠੇ ਅਸੀਂ, ਅਤੇ ਜਦੋਂ ਮੈਂ ਪ੍ਰਾਰਥਨਾ ਕਰਕੇ ਜਦੋਂ ਵਾਪਸ ਆਉਣ ਲੱਗਾ ਉੱਥੋਂ, ਅਤੇ ਉਹ ਆ ਕੇ ਅਤੇ ਮੈਨੂੰ ਦਾਨ ਦੇਣ ਲੱਗੇ ਅਤੇ ਨਾਲੇ ਹੱਸ ਪਏ ਤਾਂ ਉਹਨਾਂ ਨੇ ਨਾ 10 ਦੇ ਨੋਟ ਇੰਨੇ ਬੜੇ ਇਕੱਠੇ ਕੀਤੇ, ਅਤੇ ਉਹਨਾਂ ਨੇ ਇੱਦਾਂ ਹੀ ਫੜ ਕੇ ਲਿਆ ਕੇ ਅਤੇ ਮੈਨੂੰ ਫੜਾ ਤੇ ਕਹਿੰਦੇ ਲਓ ਪ੍ਰਾਰਥਨਾ ਕਰੋ। ਅਤੇ ਮੈਂ ਕਿਹਾ ਅਗਰ ਦੇਣ ਵਾਲਿਆਂ ਕੋ ਤਰੀਕਾ ਆ, ਹਾਲੇਲੂਇਆ, ਜਿਨ੍ਹਾਂ ਨੇ ਪ੍ਰਭੂ ਲਈ ਕਰਨਾ ਉਹਨਾਂ ਕੋਲ ਤਰੀਕੇ ਹਰੇ ਸਾਰੇ ਆ, ਪਰ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਰੋਂਦੇ ਹੀ ਰਹਿਣਾ, ਹਾਏ ਕੀ ਕਰੀਏ ਹੁਣ, ਕੀ ਕਹਾ ਸਾਡੇ ਜੋਗਾ ਹੀ ਆ, ਆਪਣੇ ਜੋਗਾ ਹੀ ਆ, ਕਿਸ ਨੂੰ ਕੀ ਦੇਵਾਂਗੇ, ਪਾਸਟਰ ਨੂੰ ਕੀ ਦੇਵਾਂਗੇ। ਪਰ ਨਹੀਂ, ਪਰ ਇਸ ਲੋਕਡਾਊਨ ਦੇ ਵਿੱਚ ਕੁਛ ਲੋਕਾਂ ਨੇ ਇੰਨਾ ਜ਼ਬਰਦਸਤ ਕੰਮ ਕੀਤਾ, ਉਹਨਾਂ ਨੇ ਕਿਹਾ ਵੀ ਅਸੀਂ ਇੱਦਾਂ ਤਾਂ ਨਹੀਂ ਕਰ ਸਕਦੇ, ਜੇ ਸਾਡੇ ਖਾਤੇ 'ਚ ਪੈਸੇ ਆਉਂਦੇ ਤਾਂ ਪਾਸਟਰ ਦੇ ਵੀ ਪਾ ਦਿੰਦੇ ਹਾਂ। ਹਾਲੇਲੂਇਆ। ਉਹਨਾਂ ਨੇ ਅਕਾਊਂਟ ਨੰਬਰ ਲੈ ਕੇ ਅਤੇ ਪਾਸਟਰ ਦੇ ਖਾਤੇ ਵਿੱਚ ਕੀ ਕੀਤੇ ਆ, ਪੈਸੇ ਟਰਾਂਸਫਰ ਕੀਤੇ ਆ, ਪਾਏ ਆ। ਉਹ ਕਹਿੰਦੇ ਵੀ ਜੇ ਸਾਡੇ ਖਾਤੇ 'ਚ ਆ ਸਕਦੇ ਆ ਅਤੇ ਅਸੀਂ ਪਾਸਟਰ ਦੇ ਖਾਤੇ ਵਿੱਚ ਤਾਂ ਭੇਜ ਹੀ ਸਕਦੇ ਹਾਂ। ਅਤੇ ਉਹਨਾਂ ਨੇ ਇਸ ਤਰੀਕੇ ਨਾਲ ਪ੍ਰਭੂ ਦੀ ਸੇਵਾ ਦੇ ਵਿੱਚ ਮਦਦ ਕੀਤੀ ਆ, ਅਤੇ ਸਾਡੇ ਵੀ ਬਹੁਤ ਸਾਰੇ ਲੋਕਾਂ ਨੂੰ ਪੈਸੇ ਆਏ ਆ ਖਾਤਿਆਂ ਦੇ ਵਿੱਚ, ਪਰ ਉਹਨਾਂ ਨੇ ਨਹੀਂ ਸੋਚਿਆ ਵੀ ਅਸੀਂ ਵੀ ਗਾਂਹ ਭੇਜੀਏ, ਪਰ ਕੁਛ ਲੋਕਾਂ ਨੇ ਉਸ ਤਰੀਕੇ ਨੂੰ ਅਪਣਾਇਆ। ਇੱਕ ਦਿਨ ਮੁਕਤਸਰ ਤੋਂ ਫੋਨ ਆਇਆ ਕਲੀਸਿਆ ਦੇ ਵਿੱਚ, ਅਤੇ ਉਹ ਮੈਨੂੰ ਕਹਿੰਦੇ ਪਾਸਟਰ ਜੀ ਤੁਹਾਨੂੰ ਨਾ ਪ੍ਰਚਾਰ ਕਰਨ ਲਈ ਮੌਕਾ ਦੇਣਾ ਆ, ਉਹਦੇ ਵਿੱਚ ਨੈੱਟ 'ਤੇ ਸੀਗਾ, ਅਤੇ ਕਹਿੰਦੇ ਵੀ ਅਸੀਂ ਬੰਦਗੀ ਰੱਖੀ ਸਾਰਿਆਂ ਨੇ ਅਤੇ ਤੁਸੀਂ ਪ੍ਰਚਾਰ ਕਰਨਾ ਉਹਦੇ ਵਿੱਚ ਹੀ। ਅਤੇ ਮੈਂ ਕਿਹਾ ਜੀ ਚਲੋ ਠੀਕ ਹੈ, ਅਤੇ ਚਲੋ ਪ੍ਰਚਾਰ ਕੀਤਾ। ਉਹਨਾਂ ਨੇ ਮੈਨੂੰ ਟਾਈਮ ਦਿੱਤਾ ਵੀ ਤੁਸੀਂ ਇੰਨੇ ਵਜੇ ਜੁਆਇਨ ਹੋ ਜਾਓ, ਅਸੀਂ ਸਾਰੇ ਇਕੱਠੇ ਹੋਵਾਂਗੇ ਅਤੇ ਤੁਸੀਂ ਉੱਥੇ ਫੋਨ 'ਤੇ ਮਤਲਬ ਤੁਹਾਨੂੰ ਅਸੀਂ ਜੁਆਇਨ ਕਰ ਲਾਂਗੇ, ਅਤੇ ਤੁਸੀਂ ਬਸ ਇੰਨੇ ਵਜੇ ਤੁਸੀਂ ਪ੍ਰਚਾਰ ਕਰਨਾ। ਅਤੇ ਪ੍ਰਚਾਰ ਕੀਤਾ, ਅਤੇ ਹੁਣ ਪ੍ਰਚਾਰ ਕਰਾਂਗੇ ਤਾਂ ਦਾਨ ਤਾਂ ਲੈ ਨਹੀਂ ਸਕਦੇ, ਅਤੇ ਉਹਨਾਂ ਨੇ ਮੁੜ ਕੇ ਜਿਹੜਾ ਦਾਨ ਸੀਗਾ ਉਹ ਵੀ ਉਹਨਾਂ ਨੇ ਮੇਰੇ ਖਾਤੇ 'ਚ ਹੀ ਪਾ ਦਿੱਤਾ, ਅਤੇ ਨਾਲ ਹੀ ਫੋਟੋ ਭੇਜ ਦਿੱਤੀ ਉਹਦੇ ਵਿੱਚ ਹੀ ਵਟਸਐਪ 'ਤੇ। ਅਤੇ ਇਹਦਾ ਮਤਲਬ ਜਿਨ੍ਹਾਂ ਨੇ ਪ੍ਰਭੂ ਲਈ ਕੁਛ ਕੰਮ ਕਰਨਾ ਆ ਉਹਨਾਂ ਕੋਲ ਤਰੀਕੇ ਹੈਗੇ ਆ, ਪ੍ਰਭੂ ਨੇ ਦਿੱਤੇ ਹੋਏ ਆ, ਅਤੇ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਕੋਲ ਬਹਾਨੇ ਬਥੇਰੇ ਆ, ਹੈ ਨਾ। ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਕੋਲ ਅੱਜ ਆਹ ਹੋ ਗਿਆ, ਅੱਜ ਉਹ ਹੋ ਗਿਆ, ਕੱਲ੍ਹ ਨੂੰ ਉਹ ਹੋ ਗਿਆ, ਪਰਸੋਂ ਨੂੰ ਉਹ ਹੋ ਗਿਆ, ਉਹਨਾਂ ਦੇ ਫਿਰ ਬਹਾਨੇ ਚੱਲਦੇ ਜਾਂਦੇ ਅਤੇ ਦਿਨ ਲੰਘਦੇ ਜਾਂਦੇ। ਪਰ ਇੱਥੇ ਲਿਖਿਆ ਉਹ ਕੀ ਕਰਨਗੇ, ਜੇ ਸੁਣ ਲੈਣ, ਉਹਦੀ ਸੇਵਾ ਕਰਨ ਅਤੇ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ ਅਤੇ ਆਪਣੇ ਵਰੇ ਖੁਸ਼ਹਾਲੀ ਵਿੱਚ ਪੂਰੇ ਕਰਨਗੇ। ਹਾਲੇਲੂਇਆ। ਇਹਦਾ ਮਤਲਬ ਸਾਡੇ ਲਈ ਇੱਕ ਜਿਹੜਾ ਵਰਾ ਆਊਗਾ ਉਹ ਖੁਸ਼ਹਾਲ ਹੀ ਹੋਊਗਾ। ਹਾਲੇਲੂਇਆ। ਉਹ ਵਧੀਆ ਹੀ ਹੋਊਗਾ, ਮਾੜਾ ਨਹੀਂ ਹੋਊਗਾ, ਬਲਕਿ ਜੇ ਇਹ ਸਾਲ ਥੋੜ੍ਹਾ ਜਿਹਾ ਡਾਊਨ ਹੋਇਆ, ਅਗਲਾ ਉਸ ਤੋਂ ਵਧੀਆ ਹੋਏਗਾ। ਉਹ ਜਿਹੜਾ ਉਹ ਤੋਂ ਵਧੀਆ, ਇਹਦਾ ਮਤਲਬ ਵਰੇ ਸਾਡੇ ਜਿਹੜੇ ਵਰੇ ਆ ਉਹ ਖੁਸ਼ਹਾਲੀ ਵਾਲੇ ਹੋਣਗੇ, ਆਸ਼ ਭਰੇ ਹੋਏ ਹੋਣਗੇ, ਮਾੜੇ ਮੋਟੇ ਨਹੀਂ ਹੋਣਗੇ। ਇਸ ਕਰਕੇ ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਮੰਨਦੇ ਹਾਂ, ਉਹਨੂੰ ਪੂਰਿਆਂ ਕਰਦੇ ਹਾਂ, ਉਹਦੇ 'ਤੇ ਖੜ੍ਹੇ ਰਹਿੰਦੇ ਹਾਂ, ਔਰ ਜੋ ਪਰਮੇਸ਼ਵਰ ਕਹਿੰਦਾ ਅਸੀਂ ਕਰਨ ਲਈ ਤਿਆਰ ਰਹਿੰਦੇ ਹਾਂ। ਤਾਂ ਇਸ ਕਰਕੇ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ ਜਦੋਂ ਆਪਾਂ ਆਪਣੀ ਵਿਵਸਥਾ ਸਾਰ ਦੀ ਕਿਤਾਬ ਪੜ੍ਹਦੇ ਹਾਂ, ਵਿਵਸਥਾ ਸਾਰ ਦੇ ਆਪਾਂ ਜਦੋਂ 11 ਦੀ 12 ਦੇ ਵਿੱਚ ਪੜ੍ਹਦੇ ਹਾਂ,
ਤੇ ਉੱਥੇ ਲਿਖਿਆ ਕਿ ਪਰਮੇਸ਼ਵਰ ਦੀ ਨਜ਼ਰ ਜਿਹੜੀ ਆ ਬਰੇ ਦੇ ਆਰੰਭ ਤੋਂ ਲੈ ਕੇ ਉਹਦੇ ਅੰਤ ਤੱਕ ਪਰਮੇਸ਼ਵਰ ਦੀ ਨਿਗਾਹ ਲੱਗੀ ਰਹਿੰਦੀ ਆ ਤੇ ਪਰਮੇਸ਼ਵਰ ਕਦੇ ਵੀ ਸਾਨੂੰ ਭੁੱਲਦਾ ਨਹੀਂ ਆ, ਪਰਮੇਸ਼ਵਰ ਕਦੇ ਵੀ ਸਾਨੂੰ ਛੱਡਦਾ ਨਹੀਂ ਆ। ਤੇ ਇਸ ਕਰਕੇ ਸਾਨੂੰ ਹਮੇਸ਼ਾ ਉਸ ਪਰਮੇਸ਼ਵਰ ਦੇ ਵਚਨ ਨੂੰ ਚੇਤੇ ਰੱਖਣਾ ਚਾਹੀਦਾ, ਪਰਮੇਸ਼ਵਰ ਦੇ ਵਾਅਦੇ ਨੂੰ ਚੇਤੇ ਰੱਖਣਾ ਚਾਹੀਦਾ ਕਿ ਪਰਮੇਸ਼ਵਰ ਕਹਿੰਦਾ ਕਿ ਮੇਰੀਆਂ ਸੋਚਾਂ ਜਿਹੜੀਆਂ ਮੈਂ ਤੁਹਾਡੇ ਲਈ ਸੋਚਦਾ ਆ ਉਹ ਕਾਹਦੀਆਂ ਸੋਚਾਂ ਆ ਜੀ? ਸ਼ਾਂਤੀ ਦੀਆਂ ਸੋਚਾਂ ਆ, ਤੁਹਾਡੀ ਬੁਰਾਈ ਦੀਆਂ ਨਹੀਂ ਆ। ਪਰਮੇਸ਼ਵਰ ਸਾਡਾ ਬੁਰਾ ਨਹੀਂ ਕਰਦੇ। ਇਸ ਕਰਕੇ ਕਈ ਵਾਰ ਅਸੀਂ ਦੁੱਖ ਦੇ ਵਿੱਚ ਹੁੰਦੇ ਸਮੇਂ, ਪਰੇਸ਼ਾਨੀ ਦੇ ਵਿੱਚ ਹੁੰਦੇ ਸਮੇਂ ਅਸੀਂ ਸੋਚ ਸਕਦੇ ਹਾਂ ਸ਼ਾਇਦ ਪ੍ਰਭੂ ਮੇਰੀ ਨਹੀਂ ਸੁਣਦਾ, ਪ੍ਰਭੂ ਨੇ ਪਤਾ ਨਹੀਂ ਮੈਨੂੰ ਛੱਡ ਦਿੱਤਾ ਖਰੇ। ਪਰ ਨਹੀਂ, ਪ੍ਰਭੂ ਕਹਿੰਦਾ ਮੇਰੀਆਂ ਸੋਚਾਂ ਤੁਹਾਡੀ ਸ਼ਾਂਤੀ ਦੀਆਂ, ਤੁਹਾਡੀ ਬੁਰਾਈ ਦੀਆਂ ਨਹੀਂ ਆ। ਇਸ ਕਰਕੇ ਆਈਏ ਦੂਸਰੀ ਗੱਲ ਵੀ ਆਪਾਂ ਦੇਖਾਂਗੇ ਜਲਦੀ ਪ੍ਰਭੂ ਦੇ ਬਚਨ ਦੇ ਵਿੱਚੋਂ। ਯਸ਼ਾਇਆ ਦੀ ਕਿਤਾਬ ਉਸ ਦਾ 58 ਅਧਿਆਇ ਉਸ ਦੀ 13 ਔਰ 14 ਵਚਨ। ਯਸ਼ਾਇਆ ਦੀ ਕਿਤਾਬ। ਜੇ ਤੂੰ ਸਬਤ ਲਈ ਆਪਣੇ ਪੈਰ ਮੇਰੇ ਪਵਿੱਤਰ ਦਿਨ ਵਿੱਚ ਆਪਣੀ ਭੌਣੀ ਪੂਰੀ ਕਰਨ ਵਿੱਚ ਰੋਕੇ, ਜੇ ਤੂੰ ਸਬਤ ਨੂੰ ਉੱਤਮ ਅਤੇ ਯਹੋਵਾ ਦਾ ਪਵਿੱਤਰ ਦਿਨ ਆਦਰਵੰਤ ਆਖੇ, ਜੇ ਤੂੰ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ ਅਤੇ ਆਪਣੀ ਭੌਣੀ ਨੂੰ ਪੂਰੀ ਨਾ ਕਰਕੇ, ਨਾ ਆਪਣੀਆਂ ਹੀ ਗੱਲਾਂ ਕਰਕੇ ਉਹਨੂੰ ਆਦਰ ਦੇਵੇਂ, ਤਦ ਤੂੰ ਯਹੋਵਾ ਵਿੱਚ ਮਗਨ ਰਹੇਗਾ ਅਤੇ ਮੈਂ ਤੈਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜਾਵਾਂਗਾ। ਮੈਂ ਤੇਰੇ ਪਿਤਾ ਯਾਕੂਬ ਦਾ ਵਿਰਸਾ ਤੈਨੂੰ ਖਵਾਵਾਂਗਾ, ਕਿਉਂ ਜੋ ਇਹ ਯਹੋਵਾ ਦਾ ਮੁੱਖ ਬਾਗ ਹੈ। ਹਾਲੇਲੂਇਆ। ਇਹ ਪਰਮੇਸ਼ਵਰ ਦਾ ਮੁੱਖ ਬਾਗ ਹੈ। ਇਹਦਾ ਮਤਲਬ ਪਰਮੇਸ਼ਵਰ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਆ, ਪਰਮੇਸ਼ਵਰ ਦਾ ਸ਼ਬਦ ਆ ਤੇ ਪਰਮੇਸ਼ਵਰ ਕੀ ਕਰਦਾ? ਉਹਨੂੰ ਪੂਰਿਆ ਕਰਦਾ। ਕਿਉਂਕਿ ਲਿਖਿਆ ਜੇ ਤੂੰ ਸਬਤ ਲਈ ਆਪਣੇ ਪੈਰ ਮੇਰੇ ਪਵਿੱਤਰ ਦਿਨ ਵਿੱਚ ਆਪਣੀ ਭੌਣੀ ਪੂਰੀ ਕਰਨ ਤੋਂ ਰੋਕੇ, ਜੇ ਤੂੰ ਸਬਤ ਨੂੰ ਉੱਤਮ ਅਤੇ ਯਹੋਵਾ ਦਾ ਪਵਿੱਤਰ ਦਿਨ ਆਦਰਵੰਤ ਆਖੇ, ਜੇ ਤੂੰ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ ਅਤੇ ਆਪਣੀ ਭੌਣੀ ਨੂੰ ਪੂਰੀ ਨਾ ਕਰਕੇ, ਨਾ ਆਪਣੀਆਂ ਹੀ ਗੱਲਾਂ ਕਰਕੇ ਉਹਨੂੰ ਆਦਰ ਦੇਵੇਂ। ਇਹਦਾ ਮਤਲਬ ਪਰਮੇਸ਼ਵਰ ਦੇ ਦਿਨ ਨੂੰ ਕੀ ਕਰਨਾ? ਅਸੀਂ ਆਦਰ ਦੇਣਾ ਹੈ, ਪਰਮੇਸ਼ਵਰ ਦੀਆਂ ਗੱਲਾਂ ਨੂੰ ਆਦਰ ਦੇਣਾ, ਪਰਮੇਸ਼ਵਰ ਦੇ ਦਿਨ ਨੂੰ ਆਦਰ ਦੇਣਾ, ਜੋ ਪਰਮੇਸ਼ਵਰ ਦੀ ਬੰਦਗੀ ਆ ਉਹਨੂੰ ਪਹਿਲਾ ਸਥਾਨ ਦੇਣਾ। ਤੇ ਪਰਮੇਸ਼ਵਰ ਕੀ ਕਹਿੰਦਾ? ਤਦ ਤੂੰ ਯਹੋਵਾ ਵਿੱਚ ਮਗਨ ਰਹੇਗਾ। ਹਾਲੇਲੂਇਆ। ਦੇਖੋ ਜੇ ਅਸੀਂ ਬੰਦਗੀ ਕਰਾਂਗੇ ਫਿਰ ਹੀ ਮਗਨ ਰਵਾਂਗੇ, ਨਹੀਂ ਤਾਂ ਸੋਚੀ ਜਾਵਾਂਗੇ ਅਸੀਂ। ਜੇ ਅਸੀਂ ਬੰਦਗੀ ਨਹੀਂ ਕਰਾਂਗੇ, ਪਰਮੇਸ਼ਵਰ ਦੀ ਆਗਿਆ ਨੂੰ ਨਹੀਂ ਮੰਨਾਂਗੇ ਤੇ ਫਿਰ ਅਸੀਂ ਮਗਨ ਨਹੀਂ ਰਵਾਂਗੇ, ਫਿਰ ਅਸੀਂ ਚਿੰਤਾ ਵਿੱਚ ਰਹਾਂਗੇ। ਸਾਡਾ ਆਹ ਕੰਮ ਕਿੱਦਾਂ ਹੋਊਗਾ, ਸਾਡਾ ਆਹ ਕਿੱਦਾਂ ਹੋਊਗਾ, ਸਾਡਾ ਆਹ ਗੁਜ਼ਾਰਾ ਕਿੱਦਾਂ ਹੋਊਗਾ। ਲੇਕਿਨ ਜਦੋਂ ਅਸੀਂ ਪ੍ਰਭੂ ਦੇ ਦਿਨ ਨੂੰ ਮੰਨਾਂਗੇ, ਸਬਤ ਨੂੰ ਮੰਨਾਂਗੇ, ਆਪਣੀ ਭੌਣੀ ਆਪਣੀ ਮਰਜ਼ੀ ਨਹੀਂ ਉਹਦੇ ਵਿੱਚ ਪੂਰੀ ਕਰਾਂਗੇ, ਬਲਕਿ ਪ੍ਰਭੂ ਦੀ ਮਰਜ਼ੀ ਨੂੰ ਪੂਰਾ ਕਰਾਂਗੇ, ਤੇ ਪਰਮੇਸ਼ਵਰ ਕਹਿੰਦਾ ਤਦ ਤੂੰ ਯਹੋਵਾ ਵਿੱਚ ਮਗਨ ਰਹੇਗਾ ਅਤੇ ਮੈਂ ਤੈਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜਾਵਾਂਗਾ। ਹਾਲੇਲੂਇਆ। ਇਹਦਾ ਮਤਲਬ ਆਪਾਂ ਸਫ਼ਰ ਕਿੱਥੋਂ ਸ਼ੁਰੂ ਕਰਨਾ? ਥੱਲਿਓਂ ਕਰਦੇ ਹਾਂ। ਪਰਮੇਸ਼ਵਰ ਕਹਿੰਦਾ ਫਿਰ ਮੈਂ ਤੁਹਾਨੂੰ ਕੀ ਕਰੀ ਜਾਵਾਂਗਾ? ਉੱਚਾ ਕਰੂੰਗਾ, ਚੜਾਵਾਂਗਾ ਉਚਾਈਆਂ ਤੇ। ਇਹਦਾ ਮਤਲਬ ਉਚਾਈ ਤੇ ਚੜ੍ਹਨ ਵਾਸਤੇ ਸਾਨੂੰ ਕੀ ਆ? ਤਿਆਰੀ ਕਰਨੀ ਪੈਣੀ ਪਹਿਲਾਂ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਉੱਚਿਆਂ ਕਰਨ ਵਾਲਾ ਪਰਮੇਸ਼ਵਰ ਹੈ, ਪਰਮੇਸ਼ਵਰ ਵਧਾਉਣ ਵਾਲਾ। ਔਰ ਉਹ ਕਿੱਦਾਂ ਵਧਾਉਂਦਾ? ਕਹਿੰਦਾ ਪਰ ਤਾਂ ਹੀ ਵਧਾਊਗਾ ਜੇ ਤੂੰ ਕਹਿੰਦਾ ਸਬਤ ਨੂੰ ਉੱਤਮ, ਜਿਹੜਾ ਸਬਤ ਦਾ ਦਿਨ ਆ, ਬੰਦਗੀ ਦਾ ਦਿਨ ਆ, ਉਹਨੂੰ ਕੀ ਬਣਨਾ ਜੀ? ਉੱਤਮ ਦਿਨ ਮੰਨਣਾ। ਤੇ ਆਪਾਂ ਦੇਖੋ ਅੱਜ ਕੇਰਲਾ ਦੇ ਜਿਹੜੇ ਲੋਕ ਆ, ਜਿਹੜੇ ਸਭ ਤੋਂ ਗਰੀਬ ਪਾਏ ਜਾਂਦੇ ਸੀ, ਅੱਜ ਸਭ ਤੋਂ ਅਮੀਰ ਆ। ਕਿਉਂ ਅਮੀਰ ਆ? ਕਿਉਂਕਿ ਉਹ ਪ੍ਰਭੂ ਦੇ ਦਿਨ ਨੂੰ ਕੀ ਕਰਦੇ ਆ ਜੀ? ਉੱਤਮ ਜਾਣਦੇ ਆ। ਹਾਲੇਲੂਇਆ। ਉਹ ਐਤਵਾਰ ਦੇ ਦਿਨ ਦੇ ਵਿੱਚ ਇੱਕ ਬੱਚਾ ਵੀ ਨਹੀਂ ਆਪਣੇ ਘਰ ਵਿੱਚ ਰਹਿੰਦਾ, ਸਾਰੇ ਦੇ ਸਾਰੇ ਬੰਦਗੀ ਦੇ ਵਿੱਚ ਹੁੰਦੇ ਆ, ਚਾਹੇ ਕਿੰਨੀ ਦੂਰ ਬੰਦਗੀ 'ਤੇ ਜਾਂਦੇ ਆ, ਪਰ ਪਰਮੇਸ਼ਵਰ ਦੇ ਘਰ ਵਿੱਚ ਹੁੰਦੇ ਆ। ਤੇ ਅੱਜ ਇੱਕ ਘਰ ਦੇ ਵਿੱਚੋਂ ਘੱਟ ਤੋਂ ਘੱਟ ਕਈ ਤਾਂ ਸਾਰੇ ਬਾਹਰ ਬੈਠੇ ਆ, ਤੇ ਕਈਆਂ ਦੇ ਵਿੱਚੋਂ ਇੱਕ ਜਣਾ ਤਾਂ ਬਾਹਰ ਬੈਠਾ ਹੀ ਆ, ਤੇ ਪ੍ਰਭੂ ਨੇ ਉਹਨਾਂ ਨੂੰ ਵਧਾ ਦਿੱਤਾ। ਪਰਮੇਸ਼ਵਰ ਇਸ ਤਰ੍ਹਾਂ ਵਧਾਉਂਦਾ ਆ। ਤੇ ਉਹਨਾਂ ਦੇ ਜਿਹੜੇ ਸੇਵਾ ਕਰਨ ਵਾਲੇ ਪਾਸਟਰ ਆ, ਕਿ ਪਾਸਟਰਾਂ ਦਾ ਜੀਵਨ ਵੀ ਉਹਨਾਂ ਦੇ ਦੁਆਰਾ ਵਧੀਆ ਹੋਇਆ। ਕਿਉਂਕਿ ਉਹਨਾਂ ਨੇ ਕੀ ਕੀਤਾ? ਜਦੋਂ ਜਾਂਦੇ ਆ ਤੇ ਸਾਡੇ ਤਾਂ ਇੱਥੇ ਇੱਦਾਂ ਦਾ ਮਾਹੌਲ ਨੀਗਾ ਵੀ ਉੱਧਰ ਮਾਹੌਲ ਇਹ ਹੁੰਦਾ, ਜਦੋਂ ਦੇਖਦੇ ਜਾ ਕੇ ਆਪਣੇ ਪਾਸਟਰ ਦੇ ਬਰਤਨ ਦੇਖਦੇ ਆ
ਵੀ ਬਰਤਨਾਂ 'ਚ ਕੁਛ ਹੈਗਾ ਕਿ ਨਹੀਂ, ਪਰ ਰੱਬ ਦੀ ਕਿਰਪਾ ਨਾਲ ਸਾਡੇ ਤਾਂ ਹੈਗਾ ਹੀ ਆ ਨਾ, ਧੰਨਵਾਦ ਆ। ਅਤੇ ਉਹ ਕੀ ਕਰਦੇ, ਉਸੇ ਤਰ੍ਹਾਂ ਕਰਦੇ 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 ਰੱਬ ਨੇ ਉਹਨਾਂ ਨੂੰ ਇੰਨਾ ਵਧਾ ਦਿੱਤਾ ਵੀ ਹੁਣ ਪੁੱਛਣ ਦੀ ਕਿਸੇ ਨੂੰ ਜ਼ਰੂਰਤ ਪੈਂਦੀ ਨਹੀਂ ਆ। ਅਤੇ ਇਸ ਕਰਕੇ ਪ੍ਰਭੂ ਨੇ ਉਹਨਾਂ ਨੂੰ ਇੱਦਾਂ ਦੀ ਆਸ਼ੀਸ਼ ਇੱਦਾਂ ਨਾਲ ਦਿੱਤੀ ਆ, ਕਿਉਂਕਿ ਇੱਕ ਹੀ ਉਹਨਾਂ ਦੇ ਅੰਦਰ ਆ। ਜਦੋਂ ਵਰਤ ਪ੍ਰਾਰਥਨਾ ਹੁੰਦੀ ਆ ਉਦੋਂ ਸਾਰੇ ਪਹੁੰਚ ਜਾਂਦੇ ਆ, ਅਤੇ ਜਦੋਂ ਐਤਵਾਰ ਦਾ ਦਿਨ ਆ ਇਹ ਤਾਂ ਕੋਈ ਛੱਡਦਾ ਹੀ ਨਹੀਂ ਆ। ਹਾਲੇਲੂਇਆ। ਇਹ ਨਹੀਂ ਬੰਦਗੀ ਛੱਡਦਾ, ਚਾਹੇ ਕੋਈ ਮਿਸ਼ਨ ਵਾਲਾ ਹੋਵੇ ਅਤੇ ਚਾਹੇ ਕੋਈ ਪੈਂਤੀਕੋਸਟਲ ਹੋਵੇ, ਇੱਧਰ ਨੂੰ ਕੋਈ ਨਹੀਂ ਛੱਡਦਾ। ਸਾਰਿਆਂ ਨੇ ਚਿੱਟੇ ਕੱਪੜੇ ਪਾਏ ਹੁੰਦੇ ਆ ਅਤੇ ਬੱਸਾਂ ਦੇ ਵਿੱਚ ਇੱਦਾਂ ਹੀ ਸਾਰੇ ਚੜ੍ਹੇ ਹੁੰਦੇ ਅਤੇ ਚੱਲ ਜਿਹਨਾਂ ਕੋਲ ਗੱਡੀਆਂ ਉਹ ਗੱਡੀਆਂ 'ਚ ਚਲੇ ਜਾਂਦੇ ਆ, ਅਤੇ ਜਿਹਨਾਂ ਕੋਲ ਨਹੀਂ ਆ ਉਹ ਸਾਰੇ ਬੱਸਾਂ 'ਚ ਇੱਦਾਂ ਹੀ ਚੜ੍ਹੇ ਹੁੰਦੇ ਆ ਅਤੇ ਆਪਣੇ ਆਪਣੇ ਚਰਚ ਦੇ ਵਿੱਚ ਪਹੁੰਚ ਜਾਂਦੇ ਬੰਦਗੀ ਕਰਨ ਵਾਸਤੇ। ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਵਧਾ ਦਿੱਤਾ। ਜਿਨ੍ਹਾਂ ਕੋਲ ਘਰ ਨਹੀਂ ਸੀ ਉਹਨਾਂ ਨੂੰ ਘਰ ਮਿਲ ਗਏ, ਜਿਨ੍ਹਾਂ ਕੋਲ ਗੱਡੀਆਂ ਦੀ ਲੋੜ ਸੀ ਪਰਮੇਸ਼ਵਰ ਨੇ ਉਹਨਾਂ ਨੂੰ ਗੱਡੀਆਂ ਦਿੱਤੀਆਂ। ਉਹ ਗੱਡੀਆਂ ਦੇ ਵਿੱਚ ਕਈ ਲੋਕ ਤੁਰ ਤੁਰ ਕੇ ਜਾਂਦੇ ਹੁੰਦੇ ਸੀਗੇ ਬੰਦਗੀ ਕਰਨ ਵਾਸਤੇ ਜੰਗਲ ਦੇ ਰਾਸਤੇ ਵਿੱਚ ਦੀ, ਅਤੇ ਪਰਮੇਸ਼ਵਰ ਨੇ ਉਹਨਾਂ ਸਾਰਿਆਂ ਨੂੰ ਵਧਾ ਦਿੱਤਾ। ਅਤੇ ਉਹ ਪਰਮੇਸ਼ਵਰ ਸਾਨੂੰ ਵੀ ਵਧਾਉਣ ਵਾਲਾ। ਅਤੇ ਦੇਖੋ ਚੇਨਈ ਵਿੱਚ ਵੀ ਇਸੇ ਤਰ੍ਹਾਂ ਹੀ ਸੀਗਾ, ਪਰ ਉਹ ਲੋਕ ਪੜ੍ਹੇ ਲਿਖੇ ਤਾਂ ਸੀਗੇ, ਪਰ ਜਦੋਂ ਪ੍ਰਭੂ ਦੀ ਬੰਦਗੀ ਕਰਨ ਲੱਗ ਪਏ ਪਰਮੇਸ਼ਵਰ ਨੇ ਉਹਨੂੰ ਹੋਰ ਵੀ ਵਧਾ ਦਿੱਤਾ, ਹੋਰ ਵੀ ਉਹਨਾਂ ਨੂੰ ਆਸ਼ੀਸ਼ ਦਿੱਤੀ। ਕਿਉਂਕਿ ਦੇਖੋ ਉੱਥੋਂ ਦੀ ਅੱਜ ਸਾਡੇ ਪੰਜਾਬ ਦੇ ਵਿੱਚ ਕਈ ਜਗ੍ਹਾ 'ਤੇ ਉੱਥੋਂ ਲੋਕ ਮਦਦ ਕਰਦੇ ਆ ਸੇਵਕਾਈ ਦੇ ਵਿੱਚ। ਅਤੇ ਮਦਦ ਕਰਨ ਵਾਲੇ ਪਤਾ ਕਿੱਦਾਂ ਦੇ ਲੋਕ ਆ, ਜਿਹੜੇ ਝਾੜੂ ਮਾਰਦੇ ਆ, ਉਹ ਆਪਣਾ ਪੈਸਾ ਦਿੰਦੇ ਆ ਸੇਵਾ ਵਿੱਚ, ਅਤੇ ਇਕੱਠਾ ਕਰਕੇ ਵੀ ਇਹ ਅਸੀਂ ਫਲਾਣੇ ਚਰਚ ਨੂੰ ਮਦਦ ਕਰਨੀ ਆ, ਫਲਾਣੇ ਉੱਥੇ ਇੱਕ ਸੇਵਕ ਨੂੰ ਇੰਨਾ ਪੈਸਾ ਦੇਣਾ। ਅਤੇ ਪ੍ਰਭੂ ਦੇ ਇੱਕ ਦਾਸ ਇੱਥੇ ਮੋਗੇ ਉਹ ਦੱਸਦੇ ਸੀ, ਕਹਿੰਦੇ ਜਦੋਂ ਮੈਂ ਉੱਥੇ ਗਿਆ ਇੱਕ ਜਗ੍ਹਾ 'ਤੇ ਉਹ ਕਹਿੰਦੇ ਅਸੀਂ 2 ਚਰਚਾਂ ਨੂੰ ਮਦਦ ਕਰਨੀ ਆ ਪਾਸਟਰਾਂ ਨੂੰ। ਅਤੇ ਕਹਿੰਦੇ ਜਦੋਂ ਮੈਂ ਦੇਖਿਆ ਅਤੇ ਉਹ ਜਿਹੜੇ ਲੋਕ ਸੀਗੇ ਉਹ ਕੂੜਾ ਚੁੱਕਦੇ, ਜਿਹੜਾ ਕਚਰਾ ਚੁੱਕਦੇ ਆ, ਇਹ ਵਿਸ਼ਵਾਸੀ ਸੀਗੇ। ਅਤੇ ਕਹਿੰਦੇ ਉਹਨਾਂ ਨੇ ਚਰਚ ਵਾਸਤੇ ਪੈਸਾ ਇਕੱਠਾ ਕਰਕੇ 25,000 ਰੁਪਇਆ ਦਿੱਤਾ। ਅਤੇ ਕਹਿੰਦੇ ਮੈਂ ਤਾਂ ਮੇਰਾ ਦੇਖ ਕੇ ਨਾ ਆਂਸੂ ਆ ਗਏ ਅੱਖਾਂ 'ਚੋਂ। ਕਹਿੰਦੇ ਮੈਂ ਕਿਹਾ ਮੈਂ ਨਹੀਂ ਇਹ ਪੈਸਾ ਲੈਣਾ, ਕਿਉਂਕਿ ਉਹਨਾਂ ਦੇ ਆਪਣੇ ਘਰ ਹੈ ਨਹੀਂ, ਆਪਣੇ ਘਰ ਪੱਤੇ ਪਾਏ ਹੋਏ ਆ। ਅਤੇ ਕਹਿੰਦੇ ਰੱਬ ਦੇ ਘਰ 'ਤੇ ਲੈਂਟਰ ਪੈਣਾ ਚਾਹੀਦਾ। ਹਾਲੇਲੂਇਆ। ਅਤੇ ਦੇਖੋ ਕਿੱਦਾਂ ਦੀ ਸੋਚ ਆ ਲੋਕਾਂ ਦੀ, ਅਤੇ ਰੱਬ ਉਹਨਾਂ ਨੂੰ ਰਹਿਣ ਦੇਊਗਾ? ਪਰਮੇਸ਼ਵਰ ਉਹਨਾਂ ਨੂੰ ਰਹਿਣ ਦੇਊਗਾ ਕਦੀ? ਪਰਮੇਸ਼ਵਰ ਵਧਾਉਂਦਾ ਆ ਆਪਣੇ ਲੋਕਾਂ ਨੂੰ, ਸਿਰਫ ਜਿਹੜੇ ਸ਼ੁਰੂਆਤ ਕਰਦੇ ਆ। ਅਤੇ ਪ੍ਰਭੂ ਨੇ ਸੱਚਮੁੱਚ ਉਹਨਾਂ ਨੂੰ ਲੋਕਾਂ ਨੂੰ ਵਧਾਇਆ, ਉਹਨਾਂ ਨੂੰ ਬਹੁਤ ਆਸ਼ੀਸ਼ ਦਿੱਤੀ। ਸਿਰਫ ਇੱਕ ਹੀ ਆ ਕਿ ਉਹ ਪ੍ਰਭੂ ਦੇ ਦਿਨ ਨੂੰ ਛੱਡਦੇ ਨਹੀਂ ਆ, ਪ੍ਰਭੂ ਦੇ ਦਿਨ ਨੂੰ ਨਹੀਂ ਛੱਡਦੇ ਉਹ। ਅਤੇ ਜਿੱਥੇ ਉਹਨਾਂ ਨੂੰ ਮੌਕਾ ਮਿਲਦਾ ਦਾਨ ਦਸਵੰਧ ਦਾ, ਉੱਥੋਂ ਵੀ ਨਹੀਂ ਪਿੱਛੇ ਹਟਦੇ। ਅਤੇ ਸਾਡੇ ਇੱਕ ਮਾਹੌਲ ਆ, ਜੇ ਕੋਈ ਦਸਵੰਧ ਦੇਣ ਲੱਗ ਪਿਆ ਉਹਨੇ ਕਹਿਣਾ ਚੱਲ ਹੁਣ ਇਹ ਦਸਵੰਧ ਹੀ ਠੀਕ ਆ, ਪਰ ਉਹ ਦਾਨ ਦੀ ਜਗ੍ਹਾ 'ਤੇ ਦਾਨ, ਦਸਵੰਧ ਦੀ ਜਗ੍ਹਾ 'ਤੇ ਦਸਵੰਧ, ਅਤੇ ਜਿਹੜੀ ਭੇਂਟ ਦਿੰਦੇ ਆ ਉਹਦੀ ਜਗ੍ਹਾ 'ਤੇ ਭੇਂਟ। ਮਤਲਬ ਕਿ ਜਿੱਦਾਂ ਦਾ ਕੰਮ ਆਉਣਾ ਆ ਉਹ ਸੇਵਾ ਦੇ ਵਿੱਚ ਹਰੇਕ ਕੰਮ ਦੇ ਵਿੱਚ ਕੀ ਕਰਦੇ ਆ, ਉਹ ਹਿੱਸਾ ਲੈਂਦੇ ਆ ਆਪਣਾ। ਅਤੇ ਪ੍ਰਭੂ ਕੀ ਕਰਦਾ? ਪ੍ਰਭੂ ਦਾ ਹੱਥ ਛੋਟਾ ਵੀ ਨਹੀਂ ਮਦਦ ਕਰੂਗਾ। ਪ੍ਰਭੂ ਵੀ ਉਹਨਾਂ ਨੂੰ ਜਿੱਦਾਂ ਦੀ ਉਹ ਮਦਦ ਕਰਦੇ ਆ, ਪ੍ਰਭੂ ਉਹਨਾਂ ਨੂੰ ਕੀ ਕਰੀ ਜਾਂਦਾ? ਵਧਾਈ ਜਾਂਦਾ। ਅਤੇ ਜਦੋਂ ਸਾਡੇ 'ਚ ਪ੍ਰਚਾਰ ਕਰਨ ਵਾਸਤੇ ਆਉਂਦੇ ਆ ਅਤੇ ਸਾਡੇ ਵਰਗੇ ਤਾਂ ਟ੍ਰੇਨ 'ਚ ਜਾਂਦੇ ਆ, ਉਹ ਜਹਾਜ਼ 'ਚ ਆਉਂਦੇ, ਇੱਧਰ ਸੇਵਾ ਕਰਨ ਜਦੋਂ ਆਉਂਦੇ। ਅਤੇ ਪ੍ਰਭੂ ਕਿੰਨਾ ਮਹਾਨ ਆ। ਅਤੇ ਦੇਖੋ ਉਹਨਾਂ ਦੀਆਂ ਜਿੰਨੇ ਨੌਕਰੀਆਂ ਵੀ ਜਿਹਨਾਂ ਨੂੰ ਮਿਲੀਆਂ ਹੋਈਆਂ, ਜਿਹਨਾਂ ਨੂੰ ਅੱਛੀ ਜੋਬ ਮਿਲੀ ਹੋਈ ਆ, ਸਾਰੇ ਪਹਿਲਾ ਸਥਾਨ ਪਰਮੇਸ਼ਵਰ ਦੀ ਸੇਵਾ ਨੂੰ ਦਿੰਦੇ ਆ। ਅਤੇ ਪੈਸਾ ਜਿਹੜਾ ਪਹਿਲਾਂ ਪ੍ਰਭੂ ਦੀ ਸੇਵਾ ਵਿੱਚ ਦਿੰਦੇ ਆ, ਫਿਰ ਆਪਣੇ ਘਰ ਦਾ ਸਾਰਾ ਕਰਦੇ ਆ। ਅਤੇ ਪ੍ਰਭੂ ਕੀ ਕਰਦਾ? ਉਹਨਾਂ ਨੂੰ ਉਹਦੇ ਵਿੱਚ ਹੀ ਬਰਕਤ ਦੇਈ ਜਾਂਦਾ, ਉਹਦੇ ਵਿੱਚ ਵਧਾਈ ਜਾਂਦਾ, ਕਿਉਂਕਿ ਉਹਨਾਂ ਦੇ ਨਾਲ ਹਜ਼ਾਰਾਂ ਲੋਕਾਂ ਦੀਆਂ ਦੁਆਵਾਂ ਜੁੜੀਆਂ ਹੋਈਆਂ। ਹਾਲੇਲੂਇਆ। ਕਿਉਂਕਿ ਹਜ਼ਾਰਾਂ ਲੋਕ ਆ ਜਿਹੜੇ ਇਕੱਠੇ ਹੋ ਕੇ, ਜਦੋਂ ਹੁਣ ਸਾਡੇ ਕੋਲ ਕੋਈ ਮਦਦ ਕਰੂਗਾ, ਅਸੀਂ ਸਾਰੇ ਜਿਹੜੇ ਦਿਨ ਰਾਤ ਉਹਨਾਂ ਲਈ ਦੁਆਵਾਂ ਕਰਨੀਆਂ ਕਿ ਪ੍ਰਭੂ ਇਹਨਾਂ ਦੇ ਧਨ ਨੂੰ ਆਸ਼ੀਸ਼ ਦੇ, ਇਹਨਾਂ ਦੇ ਪੈਸੇ ਨੂੰ ਵਧਾ, ਇਹਨਾਂ ਦੇ ਬਿਜ਼ਨਸ ਨੂੰ ਵਧਾ। ਅਤੇ ਪ੍ਰਭੂ ਨੇ ਕੀ ਕਰਨਾ? ਉਹਨਾਂ ਨੂੰ ਜੀ ਵਧਾਉਣਾ ਹੀ ਆ ਫਿਰ। ਹਾਲੇਲੂਇਆ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਭੂ ਦੇ ਦਿਨ ਦੇ ਵਿੱਚ ਵਫਾਦਾਰ ਰਹਿੰਦੇ ਹਾਂ ਅਤੇ ਉਹ ਪਰਮੇਸ਼ਵਰ ਦੇਖਦਾ ਆ ਵੀ ਇਹ ਵਫਾਦਾਰ ਆ। ਅਤੇ ਅੱਜ ਮੈਂ ਇੱਕ ਭਾਈ ਦੀ ਕੱਲ੍ਹ ਗਵਾਹੀ ਦੇਣ ਡਿਆ ਸੀਗਾ ਕਿ ਦੱਸਣ ਡਿਆ ਸੀ, ਮੈਂ ਕਿਹਾ ਉਹ ਸਾਡੇ ਚਰਚ ਦੇ ਭਾਈ ਸੀਗੇ ਅਤੇ ਉਹ ਨੌਕਰੀ ਕਰਦੇ ਸੀਗੇ ਡੰਗਰਾਂ ਦੇ ਹੌਸਪੀਟਲ ਦੇ ਵਿੱਚ ਹੈਲਪਰ ਦੀ ਤੌਰ 'ਤੇ ਸੀ, ਕਿਉਂਕਿ ਅਨਪੜ੍ਹ ਸੀ। ਅਤੇ ਇੱਕ ਦਿਨ ਉਹਨੇ ਪਰ ਉਹ ਬੰਦਗੀ ਕਰਨ ਦੇ ਵਿੱਚ ਵਫਾਦਾਰ ਸੀ। ਅਤੇ ਕਈ ਵਾਰੀ ਉਹ ਮੀਂਹ ਪੈਂਦਾ ਹੁੰਦਾ ਸੀ ਤਾਂ ਮੀਂਹ ਪੈਂਦੇ 'ਚ ਬੰਦਗੀ 'ਤੇ ਆਉਂਦੇ ਹੁੰਦੇ ਸਾਈਕਲ 'ਤੇ, ਤਾਂ ਇੱਕ ਜਿਹੜਾ ਕੁੜਤਾ ਪਜਾਮਾ ਨਾ ਉਹਨੇ ਲਪੇਟਿਆ ਹੁੰਦਾ ਸੀ, ਉਹਦੇ ਵਿੱਚ ਲਿਫਾਫੇ 'ਚ ਪਾ ਕੇ ਅਤੇ ਬੰਨਿਆ ਹੁੰਦਾ ਸੀ। ਅਤੇ ਉਹਨੇ ਆ ਕੇ ਜਦੋਂ ਕੱਪੜੇ ਗਿੱਲੇ ਹੋ ਜਾਣੇ, ਉਹਨੇ ਉੱਥੇ ਆ ਕੇ ਬਦਲ ਕੇ ਫਿਰ ਚਰਚ ਬਹਿ ਜਾਣਾ। ਅਤੇ ਇੱਕ ਦਿਨ ਉਹਦੇ ਜਿਹੜਾ ਡਾਕਟਰ ਸੀਗਾ, ਡਾਕਟਰ ਕਹਿੰਦਾ ਅਤੇ ਮੁਨਸ਼ੀ ਤੈਨੂੰ ਬਾਹਰ ਭੇਜ ਦਈਏ? ਅਤੇ ਉਹ ਕਹਿੰਦਾ ਜੀ ਮੈਂ ਕੀ ਕਰਨਾ ਜਾ ਕੇ। ਅਤੇ ਉਹ ਮਜ਼ਾਕ ਕਰਦੇ ਕਰਦੇ ਅਮਰੀਕਾ 'ਚ ਵੀਜ਼ਾ ਲਵਾ ਦਿੱਤਾ ਉਹਦਾ।
ਤੇ 10 ਸਾਲ ਦਾ ਵੀਜ਼ਾ ਲੱਗ ਗਿਆ ਅਮਰੀਕਾ ਦਾ। ਜਦੋਂ ਉੱਥੇ ਚਲਾ ਗਿਆ ਉਹਨੂੰ ਨੌਕਰੀ ਮਿਲੀ, ਉੱਥੇ ਜਾ ਕੰਮ ਮਾਲ 'ਚ। ਉਹ ਕਹਿੰਦਾ ਜੀ ਨਹੀਂ ਮੇਰੇ ਤੋਂ ਨਹੀਂ ਹੋਣਾ, ਮੈਂ ਤਾਂ ਪੜ੍ਹਿਆ ਹੀ ਨਹੀਂ, ਅਤੇ ਮੈਂ ਪੜ੍ਹੂੰਗਾ ਕਿੱਦਾਂ ਇੱਥੇ। ਅਤੇ ਉਹ ਕਹਿੰਦੇ ਫਿਰ ਚਲੋ ਠੀਕ ਹੈ ਹੋਰ ਕੰਮ ਬਦਲ ਦਿੰਦੇ। ਉਹਨਾਂ ਨੇ ਹੋਟਲ 'ਚ ਭੇਜਤਾ ਜਿੱਥੇ ਭਾਂਡੇ ਚੱਕ ਕੇ ਰੱਖਣੇ ਧੋਣ ਵਾਲੇ, ਅਤੇ ਉੱਥੇ ਉਹਦਾ ਲੱਖ ਰੁਪਈਆ ਮਿਲਦਾ ਸੀ ਉਹਨੂੰ ਇੱਧਰਲਾ। ਅਤੇ ਉਹ ਨਾਲੇ ਫੋਨ ਕਰਦਾ ਹੁੰਦਾ ਨਾਲੇ ਹੱਸਦਾ ਹੁੰਦਾ, ਮੈਂ ਭਾਂਡੇ ਧੋਨਾ ਇੱਥੇ, ਵੀ ਭਾਂਡੇ ਤਾਂ ਮਸ਼ੀਨਾਂ ਹੀ ਧੋਂਦੀਆਂ, ਸਿਰਫ ਰੱਖਣੇ ਹੁੰਦੇ ਵਿੱਚ, ਅਤੇ ਮੈਨੂੰ ਕੰਮ ਮਿਲ ਗਿਆ ਹੋਇਆ ਇੱਥੇ। ਅਤੇ ਪਰਮੇਸ਼ਰ ਕਿੰਨਾ ਮਹਾਨ ਆ। ਇਹਦਾ ਮਤਲਬ ਜਿਹੜੇ ਕੁਛ ਲੋਕਾਂ ਨੂੰ ਕੰਮ ਮਿਲਦਾ ਵੀ ਉਹ ਖੁਸ਼ ਨਹੀਂ ਹੁੰਦੇ ਉਹ 'ਚ, ਅਤੇ ਉਹ ਖੁਸ਼ ਸੀਗਾ ਵੀ ਮੈਂ ਚਾਹੇ ਮੈਨੂੰ ਭਾਂਡੇ ਧੋਣ ਦਾ, ਇਹ ਕੰਮ ਤਾਂ ਮੇਰੇ ਕਰਨ ਵਾਲਾ ਹੀ ਆ, ਕੰਮ ਤਾਂ ਮੈਂ ਕਰਨਾ ਹੀ ਆ। ਅਤੇ ਉਹ ਕਹਿੰਦਾ ਇੱਥੇ ਸਾਰੇ ਪੜ੍ਹੇ ਲਿਖੇ ਆ, ਤਾਂ ਮੈਂ ਚੀਜ਼ ਕਿੱਦਾਂ ਫੜਾਊਂਗਾ ਕਿਸੇ ਨੂੰ ਨਾ, ਵੀ ਮੈਨੂੰ ਪੁੱਛਣਗੇ ਤਾਂ ਮੈਂ ਕੀ ਦਊਂਗਾ। ਇਸ ਕਰਕੇ ਇੱਥੇ ਨਹੀਂ ਮੇਰੇ ਕੋਲ ਕੰਮ ਹੋਣਾ। ਇਸ ਕਰਕੇ ਜਿਹੜਾ ਵੀ ਵਚਨ ਜਿਹੜਾ ਪਰਮੇਸ਼ਰ ਨੇ ਸਾਨੂੰ ਕੰਮ ਦਿੱਤਾ, ਅਸੀਂ ਉਹਨੂੰ ਵਫਾਦਾਰੀ ਖੁਸ਼ੀ ਨਾਲ ਕਰੀਏ, ਅਤੇ ਸਾਡੀ ਆਸ਼ੀਸ਼ ਉਹਦੇ ਵਿੱਚ ਹੀ ਆ। ਹਾਲੇਲੂਇਆ, ਜੋ ਪ੍ਰਭੂ ਨੇ ਸਾਨੂੰ ਦਿੱਤਾ। ਅਤੇ ਇਸ ਕਰਕੇ ਇਹ ਸਬਤ ਦਾ ਦਿਨ ਜਿਹੜਾ ਅਸੀਂ ਮੰਨੀਏ, ਬੰਦਗੀ ਕਰੀਏ, ਔਰ ਪ੍ਰਭੂ ਦੇ ਕੰਮਾਂ ਨੂੰ ਆਪਣੇ ਜੀਵਨ ਵਿੱਚ ਦੇਖੀਏ। ਅਤੇ ਇਸ ਕਰਕੇ ਪ੍ਰਭੂ ਸਾਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇ। ਜ਼ਿਆਦਾ ਸਮਾਂ ਨਾ ਲੈਂਦੇ ਹੋਏ, ਕਿਉਂਕਿ ਅੱਜ ਅਸੀਂ ਪ੍ਰਭੂ ਭੋਜ ਆ, ਉਹਦੇ ਵਿੱਚ ਵੀ ਉਹ ਵਚਨ ਸੁਣਨਾ ਥੋੜ੍ਹੇ ਟਾਈਮ, ਔਰ ਉਹਦੇ ਵਿੱਚ ਸ਼ਾਮਿਲ ਹੋਣਾ। ਅਤੇ ਪ੍ਰਭੂ ਸਾਨੂੰ ਆਸ਼ੀਸ਼ ਦੇ। ਸਭ ਨੂੰ ਜੈ ਮਸੀਹ।